ਸਵਾਰੀਆਂ ਜਿਹੜੀਆਂ ਬਾਹਰੋਂ ਅੰਦਰੋਂ ਆਉਂਦੀਆਂ ਉਹਨਾਂ ਨੂੰ ਕਿੰਨਾ ਖਰਚਾ ਦੇਣਾ। ਚੇਅਰ ਨੂੰ ਐਡਰੈਸ ਕਰੋ ਜੀ, ਵਧਾਈ ਤਾਂ ਦੇ ਦਿਓ ਚਲਾਉਣ ਦੀ। ਮੈਂ ਕਹਿੰਦਾ ਜੀ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ। ਮੰਤਰੀ ਜੀ ਬਹੁਤ ਇੱਕ ਮਾਨਯੋਗ ਸਪੀਕਰ ਸਾਹਿਬ, ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਸੀ ਕਿ ਬੱਸਾਂ ਇੰਟਰਸਟੇਟ ਬੱਸ ਟਰਮੀਨਲ ਤੇ ਹੀ ਰੁਕਣਗੀਆਂ। GMR ਇਨਫਰਾ ਨਾਂ ਦੀ ਕੰਪਨੀ ਨੇ 에ਅਰਪੋਰਟ ਬਣਾਇਆ, ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਸਾਡੀ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੀ ਸਰਕਾਰ ਨੇ ਮਨਜ਼ੂਰੀ ਲਈ ਹੈ। ਤੇ ਜਿਹੜੀ ਗੱਲ ਮਾਨਯੋਗ LOP ਸਾਹਿਬ ਨੇ ਕੀਤੀ, ਇਹਨਾਂ ਦੀ 에ਅਰਪੋਰਟ ਨੂੰ ਸਰਕਾਰੀ ਬੱਸਾਂ ਚਲਾਉਣ ਦੀ ਨੀਅਤ ਨਹੀਂ ਸੀ ਕਿ ਇੱਕ ਪਰਿਵਾਰ ਨੂੰ ਫਾਇਦਾ ਦੇਣਾ। ਇਹਨਾਂ ਦੀ ਨੀਅਤ ਤੇ ਨੀਤੀ ਦੇ ਵਿੱਚ ਫਰਕ ਸੀ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਸਰਕਾਰ ਨੇਕ ਨੀਤੀ ਨਾਲ ਕੰਮ ਕਰ ਰਹੀ ਹੈ ਤੇ ਜਦੋਂ ਨੇਕ ਨੀਤੀ ਨਾਲ ਕੰਮ ਕਰੀਏ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨਾਲ ਖੜ ਜਾਂਦਾ। ਧੰਨਵਾਦ ਜੀ। ਬਾਜਵਾ ਜੀ ਦਾ ਕੁਐਸਚਨ ਹੈ ਜੀ। ਬਾਜਵਾ ਜੀ ਦਾ ਕੁਐਸਚਨ। ਅਕਾਲ ਪੁਰਖ ਤੇ ਬਹੁਤ ਇਹਨਾਂ ਦਾ ਵਿਸ਼ਵਾਸ ਹੈ, ਸਾਡਾ ਵੀ ਹੈ। ਸਾਡਾ ਰਿਜ਼ਲਟ 50 ਸਾਲਾਂ ਬਾਅਦ ਆਇਆ, ਇਹਨਾਂ ਦਾ 3 ਮਹੀਨਿਆਂ ਬਾਅਦ ਹੀ ਆ ਗਿਆ। ਚਲੋ ਹੁਣ ਆਪਾਂ ਅਗਲੀ ਗੱਲ ਕਰੀਏ। ਚੰਗੀ ਨੇਕ ਨੀਤੀ, ਚੰਗੀ ਨੇਕ ਨੀਤੀ। ਚੇਅਰ ਨੂੰ ਐਡਰੈਸ ਕਰੋ ਜੀ, ਚੇਅਰ ਨੂੰ। ਚੰਗੀ ਨੇਕ ਨੀਤੀ ਦੀ ਗੱਲ ਕਰੀਏ, ਤੁਸੀਂ ਇਹ ਮੈਨੂੰ ਦੱਸੋ। ਚੇਅਰ ਨੂੰ ਐਡਰੈਸ ਕਰੋ। ਇੱਕ ਮਿੰਟ, ਹੁਣ ਆਪਾਂ ਉੱਥੇ ਗੱਲ ਚੇਅਰ ਨੂੰ ਐਡਰੈਸ ਕਰੋ। ਚੇਅਰ 2 ਮਿੰਟ ਗੱਲ ਕਰ। 2 ਮਿੰਟ ਨਾ, ਇਹ ਨਹੀਂ, ਦਿਸ ਇਜ਼ ਨੋ ਬੈਠੋ। ਮੈਨੂੰ ਨਾ ਤੁਸੀਂ ਫਿਰ ਵੇਖੋ, ਜਿਹੋ ਜਿਹਾ ਤੁਸੀਂ ਜਵਾਬ ਦਿੰਦੇ ਹੋ ਉਹਦਾ ਸੁਣਨ ਦੀ ਆਦਤ ਵੀ ਪਾਓ। ਉਹ ਜੀ ਸੁਣਨ ਦੀ ਆਦਤ ਆਪਣਾ ਬਾਜਵਾ ਜੀ ਮੈਨੂੰ ਦੇਖੋ, ਪੰਜਾਬ ਦੇ ਲੋਕ ਇਹਦਾ ਜਵਾਬ ਲੈਣਾ ਚਾਹੁੰਦੇ। ਮੈਂ ਦਿੰਦਾ ਬਾਜਵਾ ਜੀ ਮਾਜਰਾ ਜੀ ਬੈਠੋ ਜੀ, ਬੈਠੋ ਸਾਰੇ 2 ਮਿੰਟ 1 ਮਿੰਟ ਜੀ ਬੈਠੋ। ਕਿਹੜੇ ਕਾਇਦੇ ਕਾਨੂੰਨ ਦੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਕਿਹੜੇ ਕਾਇਦੇ ਸਾਡੇ ਰਾਜਾ ਵੜਿੰਗ ਜੀ ਟਰਾਂਸਪੋਰਟ ਮਿਨਿਸਟਰ ਤੁਹਾਡੇ LOP ਸਾਹਿਬ ਨੂੰ ਮਿਲ ਕੇ ਆਏ? ਚੇਅਰ ਨੂੰ ਐਡਰੈਸ ਕਰੋ ਜੀ। ਸਾਡੇ ਜਿਹੜੇ ਟਰਾਂਸਪੋਰਟ ਮਿਨਿਸਟਰ, ਫਾਰਮਰ ਟਰਾਂਸਪੋਰਟ ਮਿਨਿਸਟਰ ਰਾਜਾ ਜੀ ਵੜਿੰਗ ਸਾਹਿਬ ਮਿਲ ਕੇ ਆਏ ਕੇਜਰੀਵਾਲ ਸਾਹਿਬ ਨੂੰ। ਸਾਡੀ ਗਵਰਨਮੈਂਟ ਨੇ ਵਾਰੀ-ਵਾਰੀ ਲਿਖਿਆ ਵੀ ਵਿਲ ਡਿਨਾਈਡ ਦਿਸ ਐਂਡ ਕਾਇਦੇ ਕਾਨੂੰਨ ਤੋਂ ਬਾਵਜੂਦ ਵੀ ਡਿਨਾਈ ਕਰਨ ਤੋਂ ਬਾਅਦ ਹੁਣ ਤੁਸੀਂ ਆਲ ਆਫ ਅ ਸਡਨ ਕੋਈ ਇਹੀ ਗੱਲ ਕਹਿਤੀ ਹੈ। ਕੁਐਸਚਨ ਪੁੱਛੋ। ਹਾਂਜੀ ਕੁਐਸਚਨ ਪੁੱਛੋ। ਇਹੀ ਕੁਐਸਚਨ ਹੈ ਕਿ ਤੁਸੀਂ 5 ਕਰੋੜ ਰੁਪਈਆ ਸਾਲ ਦਾ ਘਾਟਾ, 50 ਸਾਲਾਂ 'ਚ 25 ਕਰੋੜ ਰੁਪਈਆ ਪੰਜਾਬ ਨੂੰ ਘਾਟਾ ਪਿਆ। 75 ਤੋਂ 80 ਕਰੋੜ ਰੁਪਈਆ ਪੰਜਾਬੀਆਂ ਨੇ ਆਪਣੀ ਜੇਬ ਚੋਂ ਕਰਾਇਆ, ਐਕਸਟਰਾ ਖਰਚਿਆ। ਇਹ ਦੱਸੋ ਨੀਤੀ ਕਿਸ ਤਰ੍ਹਾਂ ਬਦਲੀ ਤੇ ਕਿੱਦਣ ਬਦਲੀ? 1 ਮਿੰਟ ਜੀ, ਸਾਨੂੰ ਇਹ ਦੱਸੋ ਕਿੱਦਣ ਤੁਸੀਂ ਇੰਟਰਨੈਸ਼ਨਲ ਜਿਹੜੇ 에ਅਰਪੋਰਟ ਵਾਲੀ ਰਨ ਕਰਨ ਵਾਲਾ ਤੁਸੀਂ ਕਿੱਦਣ ਉਹਨਾਂ ਕੋਲ ਇਜਾਜ਼ਤ ਲਈ? ਮੈਨੂੰ ਉਹ ਵਿਖਾਓ ਆਪਣਾ ਆਰਡਰ। ਮੈਨੂੰ ਆਰਡਰ ਇੱਥੇ ਪੇਸ਼ ਕੀਤਾ। ਮੀਤ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਸਰ ਇਹਦਾ ਜਵਾਬ ਨਹੀਂ ਦੇਣਾ। ਟਰਾਂਸਪੋਰਟ ਵਾਲਾ ਮੈਂ ਜਵਾਬ ਨਹੀਂ ਦਿੰਦਾ ਸਰ। ਠੀਕ ਹੈ, ਮੰਤਰੀ ਜੀ ਜਵਾਬ ਦੇਣਗੇ। ਮੰਤਰੀ ਜੀ ਜਵਾਬ ਦੇਣਗੇ। ਲਾਲਜੀਤ ਜੀ ਭੁੱਲਰ ਸਾਹਿਬ ਜਵਾਬ ਦੇਣਗੇ। ਵੇਖੋ ਮਾਨਯੋਗ ਸਪੀਕਰ ਸਾਹਿਬ, ਇਹਨਾਂ ਨੇ ਮਗਰਲੇ 2 ਮਹੀਨਿਆਂ 'ਚ ਟਰਾਈ ਕੀਤਾ। ਅਸੀਂ ਵੀ ਪੂਰੇ ਲਗਾਤਾਰ 3 ਮਹੀਨੇ ਲੱਗੇ ਰਹੇ ਤੇ 3 ਮਹੀਨਿਆਂ ਬਾਅਦ ਜਾ ਕੇ ਸਾਡੀ ਬੱਸ ਚੱਲੀ ਆ। ਇਹ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਇਹਨਾਂ ਐਂਡ ਤੇ ਆ ਕੇ ਟਰਾਈ ਕੀਤੀ। ਉਹ ਇਹਨਾਂ ਦਾ ਜਿਹੜਾ ਹੀ ਸਿਆਸਤ ਦਾ ਸਟੰਟ ਸੀ। ਜਿਵੇਂ ਧਾਰੀਵਾਲ ਸਾਹਿਬ ਨੇ ਕੱਲ ਭਾਵੇਂ ਮਜ਼ਾਕੀਆ ਲਹਿਜੇ 'ਚ ਕਿਹਾ ਕਿ ਜਿਹੜੀਆਂ ਬਾਦਲਾਂ ਦੀਆਂ ਬੱਸਾਂ ਫੜੀਆਂ ਉਹ ਕਿੱਥੇ ਆ? ਉਹ ਬੱਸਾਂ ਕਿੱਥੇ ਨੇ ਜਿਹੜੀਆਂ ਫੜੀਆਂ? ਕਿੱਥੇ ਨੇ ਉਹ ਬੱਸਾਂ? ਤੇ ਜੇ ਗੱਲ ਕਰਦੇ 2018 ਦੀ, ਇਹਨਾਂ ਮਗਰਲੇ ਇਹ ਕਹਿੰਦੇ ਰਾਜਾ ਜੀ ਨੇ ਕੋਸ਼ਿਸ਼ ਕੀਤੀ। ਪਹਿਲੇ 5 ਸਾਲ ਕਿਉਂ ਨਾ ਇਹਨਾਂ ਕੋਸ਼ਿਸ਼ ਕੀਤੀ? ਰੌੜੀ ਜੀ ਸਰ ਮੇਰੀ ਤੁਹਾਡਾ ਹੋ ਗਿਆ ਜੀ, 2 ਹੋ ਗਏ ਸਰ। ਮੇਰੀ ਬੇਨਤੀ, ਤੁਹਾਡੇ 2 ਹੋ ਗਏ ਸਰ। ਮੇਰੀ ਬੇਨਤੀ, ਇੱਕ ਮਿੰਟ ਵੀਰ ਜੀ, ਰਾਜਾ ਜੀ 1 ਮਿੰਟ ਬੇਨਤੀ ਸੁਣ ਜੀ। ਸਰ ਮੇਰੀ ਬੇਨਤੀ, ਸਰ ਹਾਊਸ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ। ਇਹ ਬੜੇ ਕੁਐਸਚਨ ਸਰ ਰਹਿੰਦੇ, ਸਾਡੇ ਡਿਸਕਸ਼ਨ ਬੜੀ ਹੋ ਜਾਣੀ ਲੰਬੀ, ਕਿਉਂ ਆਪਾਂ ਕਰਨਾ ਜੀ? ਬੈਠੋ ਰਾਜਾ ਜੀ ਸਪਲੀਮੈਂਟਰੀ ਹੈ ਤੁਹਾਡੀ ਰਾਜਾ ਜੀ? ਕੋਈ ਸਰ ਮੈਂ ਸਪਲੀਮੈਂਟਰੀ ਲੈਣੀ ਹੈ? ਹਾਂਜੀ ਲੈਣੀ ਹੈ। ਲਓ ਫਿਰ ਬੋਲੋ। ਬੋਲਣ ਹੀ ਨਹੀਂ ਦੇ ਰਹੇ ਨਾ। ਬੋਲੋ ਜੀ। ਨਹੀਂ ਬੈਠੋ ਜੀ, ਬੈਠੋ।
ਬੈਠੋ ਸਪੀਕਰ ਸਾਹਿਬ ਜੀ ਮੈਂ ਤੁਹਾਡੀ ਮਾਰਫਤ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਹੈ ਜੋ ਬਾਜਵਾ ਸਾਹਿਬ ਨੇ ਪੁੱਛਿਆ ਇਹਨਾਂ ਨੇ ਇਹ ਗੱਲ ਕਹੀ ਕਿ ਸਨਮਾਨਯੋਗ ਸੁਪਰੀਮ ਕੋਰਟ ਨੇ ਬੱਸਾਂ ਬੰਦ ਕੀਤੀਆਂ ਸਨ ਕਿ ਇਹ ਹਾਊਸ ਦੇ ਵਿੱਚ ਕੋਈ ਐਸੀ ਜਿਹੜੀ ਸੁਪਰੀਮ ਕੋਰਟ ਨੇ ਬੰਦ ਕੀਤੀ ਜਾਂ ਹੁਣ ਉਹਨੂੰ ਖੋਲ ਦਿੱਤਾ ਗਿਆ ਕਿਉਂਕਿ ਸੁਪਰੀਮ ਕੋਰਟ ਨੇ ਜੇ ਬੰਦ ਕੀਤਾ ਹਦਾਇਤ ਉਹਨਾਂ ਤੋਂ ਲਈ ਹੋਣੀ ਹੈ ਖੋਲਣ ਵਾਸਤੇ ਕੋਈ ਦਿਸ਼ਾ ਨਿਰਦੇਸ਼ ਲਿਆਉਣਾ ਇੱਕ ਤਾਂ ਉਹ ਚਿੱਠੀ ਇਹ ਹਾਊਸ ਤੇ ਟੇਬਲ ਕਰਨਗੇ ਦੂਜੀ ਗੱਲ 13 ਵਾਰ ਔਨ ਰਿਕਾਰਡ ਹੈ ਸਪੀਕਰ ਸਾਹਿਬ ਇਹ ਦੱਸ ਦੇਣ ਉਹ ਫਾਈਲ ਲੈ ਆਉਣ ਵੱਖ-ਵੱਖ ਮੰਤਰੀਆਂ ਨੇ 13 ਦਫਾ 13 ਚਿੱਠੀਆਂ ਲਿਖੀਆਂ ਚਾਹੇ ਉਹ ਮੇਰੇ ਤੋਂ ਪਹਿਲਾਂ ਰਹੇ ਮੰਤਰੀ ਸਨ ਚਾਹੇ ਬਾਅਦ ਦੇ ਵਿੱਚ ਮੈਂ 에ਅਰਪੋਰਟ ਅਥਾਰਟੀ ਨੂੰ ਚਿੱਠੀ ਲਿਖੀ ਜੋਤੀ ਰਾਜੇ ਸਿੰਧੀਆ ਜੀ ਨੂੰ ਉਹਦਾ ਜਵਾਬ ਆਇਆ ਔਨ ਰਿਕਾਰਡ ਹੈ ਔਨ ਫਾਈਲ ਹੈ ਕਿ ਦਿੱਲੀ ਸਟੇਟ ਨਾਲ ਗੱਲ ਕਰੋ ਦਿੱਲੀ ਸਟੇਟ ਜਦ ਚਾਵੇ ਉਹ ਬੱਸਾਂ ਚਲਾ ਸਕਦੀ ਹੈ ਬੱਸਾਂ ਹੁਣ ਆਪਦੀ ਮਨਮਰਜ਼ੀ ਨਾਲ ਜਿਹੜੀਆਂ ਚਲਾਈਆਂ ਗਈਆਂ ਇਹਦੇ ਚ ਘਾਟੇ ਦੀ ਗੱਲ ਤੁਸੀਂ ਘਾਟਾ ਘੱਟ ਦੱਸਦਾ ਇੱਕ ਮਿੰਟ ਸਪੀਕਰ ਸਾਹਿਬ ਸਵਾਲ ਤਾਂ ਪੁੱਛ ਲਓ ਮੈਂ ਤੁਹਾਡੇ ਰਾਹੀਂ ਮੈਂ ਪੁੱਛਣਾ ਚਾਹੁੰਦਾ ਕਿ ਸੁਪਰੀਮ ਕੋਰਟ ਦੀ ਕੋਈ ਚਿੱਠੀ ਕੋਈ ਦਿੱਲੀ 에ਅਰਪੋਰਟ ਅਥਾਰਟੀ ਦੀ ਚਿੱਠੀ ਵੀ ਅਸੀਂ ਤੁਹਾਨੂੰ ਨਹੀਂ ਚਲਾਉਣ ਦੇਾਂਗੇ ਬਸ ਦੂਜੀ ਗੱਲ ਮੈਨੂੰ ਇਹ ਕਿਹਾ ਗਿਆ ਬੱਸਾਂ ਦੱਸ ਕਿੱਥੇ ਰੱਖੀਆਂ ਸਾਹਿਬ ਜੀ ਕੋਈ ਵੀ ਚੀਜ਼ ਤੁਸੀਂ ਫੜਦੇ ਹੋ ਚਾਹੇ ਕੋਈ ਕ੍ਰਾਈਮ ਚ ਫੜੀ ਜਾਵੇ ਕਾਸੇ ਚ ਫੜੀ ਜਾਵੇ ਉਹਨੂੰ ਅਗਲੇ ਜ਼ਮਾਨਤ ਤੇ ਬੇਲ ਆਊਟ ਕਰਾ ਕੇ ਹਰ ਚੀਜ਼ ਨੂੰ ਬੱਸ ਨੂੰ ਲੈ ਜਾਂਦੇ ਕੋਈ ਮੈਂ ਆਪਦੇ ਘਰੇ ਥੋੜੀ ਬਾਤ ਲੈਣੀ ਬੱਸਾਂ ਲੈ ਕੇ ਮੇਰੀ ਬੇਨਤੀ ਹੈ ਕਿਰਪਾ ਕਰਕੇ ਮੰਤਰੀ ਸਾਹਿਬ ਐਸੀ ਕੋਈ ਚੀਜ਼ ਦਾ ਸਬੂਤ ਦੇਣ ਠੀਕ ਹੈ ਰਾਜਾ ਜੀ 5 ਸਾਲ ਠੀਕ ਹੈ ਰਾਜਾ ਜੀ ਠੀਕ ਹੈ ਮੰਤਰੀ ਜੀ ਜਵਾਬ ਦੇ ਰਹੇ ਜੀ ਬਾਜਵਾ ਜੀ ਜਵਾਬ ਦੇ ਰਹੇ ਹੋ let him reply don't jump to the judgment sir please don't jump to the judgment let him reply please sit down बैठो मैं मंत्री जी जवाब दे रहे बैठो जी फिर ओ बैठ जाओ जे तुसी बैठोगे तो ठीक है राजा जी बैठ जाओ जी अमन जी स्पीकर साहब एक ਉਹ ਕੁਝ ਕਹਿਣਾ ਚਾਹੁੰਦੇ ਆ ਉਹ ਇੱਕ ਮੇਰਾ ਇੱਕ ਮਿੰਟ ਮੈਂ ਕਿਉਂ ਨਹੀਂ ਖੜਾ ਸਕਦਾ ਮੈਂ ਮੈਂਬਰ ਵਜੋਂ ਸਪੀਕਰ ਸਾਹਿਬ ਮੈਂ ਮੈਂਬਰ ਵਜੋਂ ਗੱਲ ਨਹੀਂ ਕਰ ਸਕਦਾ ਉਹ ਸਪਲੀਮੈਂਟਰੀ ਲੈ ਸਕਦੇ ਇੱਕ ਮਿੰਟ ਨਹੀਂ he can avail the supplementary also ਬਾਜਵਾ ਸਾਹਿਬ he can avail the supplementary ਬਾਜਵਾ ਸਾਹਿਬ he can avail the supplementary minister will reply ਮੈਂ ਨਾ ਸਰਕਾਰ ਵੱਲੋਂ ਨਾ ਮਿਨਿਸਟਰ ਵੱਲੋਂ ਮੈਂ ਮੈਂਬਰ he will reply ਸਪੀਕਰ he will reply ਸਪੀਕਰ ਸਾਹਿਬ he will reply let him take a supplementary let him take a supplementary ਸਪੀਕਰ ਸਾਹਿਬ ਜੀ ਸਪੀਕਰ ਸਾਹਿਬ let him take a supplementary ਇਕੱਠਾ ਜਵਾਬ ਦੇ ਦੇਣਗੇ ਇੱਕ ਮਿੰਟ ਉਹ ਇਕੱਠਾ ਜਵਾਬ ਦੇ ਦੇਣਗੇ ਸਰਕਾਰ ਵੱਲੋਂ ਮੈਂ ਸਰ ਮੈਂ ਐਜ਼ ਅ ਮੈਂਬਰ ਉਹ ਇਕੱਠਾ ਦੇਣਗੇ ਜਵਾਬ ਉਹ ਇਕੱਠਾ ਜਵਾਬ ਦੇ ਦੇਣਗੇ ਸਪੀਕਰ ਸਾਹਿਬ ਉਹ ਦੇ ਦੇਣਗੇ ਜਵਾਬ ਸਪੀਕਰ ਸਾਹਿਬ ਮੈਂ ਸਾਰੇ ਮਾਨਯੋਗ ਮੈਂਬਰਾਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠ ਜਾਣ ਜੋ ਵੀ ਕੋਈ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਬਾਜਵਾ ਸਾਹਿਬ ਮੈਂ ਕਿਹੜਾ ਜਵਾਬ ਦੇ ਰਿਹਾ ਮੈਂ ਨਾ ਬਾਜਵਾ ਜੀ ਨਾ ਮੈਂ ਸਰਕਾਰ ਬਾਜਵਾ ਜੀ ਇੱਕ ਮਿੰਟ ਅਮਨ ਜੀ ਕੀ ਮੰਤਰੀ ਇਹਨਾਂ ਦੀ ਸਪਲੀਮੈਂਟਰੀ ਨਾਲ ਲੈ ਕੇ ਜਵਾਬ ਨਹੀਂ ਦੇ ਸਕਦੇ Sir, you have exhausted your two of your supplementaries. You have exhausted your. This is not a debate. You can have two supplementary. You have availed it. मंत्री जी जवाब दो बैठो ਮਾਨਯੋਗ ਸਪੀਕਰ ਸਾਹਿਬ ਪਹਿਲਾਂ ਤੇ ਮੈਂ ਸਾਬਕਾ ਟਰਾਂਸਪੋਰਟ ਮੰਤਰੀ ਜੀ ਦੀ ਇੱਕ ਗੱਲ ਦਾ ਜਵਾਬ ਦੇਣਾ ਇਹ ਕਹਿੰਦੇ ਵੀ ਬੱਸਾਂ ਛੁੱਟ ਜਾਣੀਆਂ ਇਹ ਜਦੋਂ ਲਾਈਵ ਹੋ ਕੇ ਕਹਿੰਦੇ ਰਹੇ ਕਿ ਮੈਂ ਬੱਸਾਂ ਪੱਕੀਆਂ ਬੰਦ ਕਰੂੰਗਾ ਉਦੋਂ ਕਿਉਂ ਕਹਿੰਦੇ ਰਹੇ ਇਹ ਕਹਿੰਦੇ ਬੱਸਾਂ ਪੱਕੀਆਂ ਬੰਦ ਹੋਣਗੀਆਂ ਉਹਦੇ ਬਾਅਦ ਇਹ ਜਿਹੜੀ ਐਕਸਟੈਂਸ਼ਨ ਲੈਣੀ ਸੀ
ਉਹ ਲਈ ਨਾਲ ਦਿੱਲੀ ਗਵਰਨਮੈਂਟ ਤੋਂ ਇਹਨਾਂ ਕਦੀ ਪਰਮਿਟ ਮੰਗੇ। ਅਸੀਂ ਜਿੰਨੀਆਂ ਬੱਸਾਂ ਚਲਾਈਆਂ ਨਾਲ ਦਿੱਲੀ ਗਵਰਨਮੈਂਟ ਤੋਂ ਉੱਥੋਂ ਪਰਮਿਟ ਲੈ ਕੇ ISBT ਤੋਂ ਮਨਜ਼ੂਰੀ ਲੈ ਕੇ ਉੱਥੇ ਬੱਸਾਂ ਭੇਜੀਆਂ ਜੀ। ਠੀਕ, ਇਹ ਅੱਗੇ ਤੁਸੀਂ ਵੱਖਰਾ ਸਵਾਲ ਲਾ ਦਿਓ, ਤੁਸੀਂ ਵੱਖਰਾ ਸਵਾਲ ਲਾ ਦਿਓ, ਫਲੋਰ ਆਫ ਦੀ ਹਾਊਸ ਆ ਜਾਏਗਾ। ਬਿਲਕੁਲ। ਅਗਲਾ ਸਵਾਲ ਬੈਠੋ 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 ਤੁਸੀਂ, ਚਲੋ ਤੁਸੀਂ ਬੈਠੋ। ਹੁਣ ਅਗਲਾ ਸਵਾਲ ਸ਼੍ਰੀ ਗੁਰਲਾਲ ਸਿੰਘ। ਸਵਾਲ ਨੰਬਰ 310 ਜੀ। श्री ब्रह्म शंकर जल स्रोत मंत्री, बैठो जी, बैठो सर, बैठो। हो गया ब्रह्म शंकर। नहीं जी नहीं, एक क्वेश्चन आ रहा है, तुसी बैठो। नहीं हो गया, अगली सप्लीमेंट्री लो। नेक्स्ट ब्रह्म शंकर जिंपा जी। ਉਹਨਾਂ ਦੇ ਸਵਾਲ ਦਾ ਜਵਾਬ ਆਉਣ ਦੇ ਤੁਹਾਨੂੰ ਸਪਲੀਮੈਂਟਰੀ ਮਿਲ ਜੇਗੀ। ਬੈਠੋ ਤੁਸੀਂ, ਬੈਠੋ ਮੰਤਰੀ ਜੀ ਬੈਠੋ। ਉਹ ਖਹਿਰਾ ਸਾਹਿਬ ਤੁਹਾਡੀ ਨੀਅਤ ਨਹੀਂ ਸੀ ਚਲਾਣ ਦੀ। ਬੈਠੋ। ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਸੀਟ ਤੇ ਬੈਠ ਜਾ। ਰਾਜਾ ਜੀ ਤੁਸੀਂ ਸੀਟ ਤੇ ਜਾਓ। ਮੈਂਬਰ ਸਾਹਿਬ ਤੁਸੀਂ ਸੀਟ ਤੇ ਜਾਓ। ਬਿਲਕੁਲ ਠੀਕ, ਸੀਟ ਤੇ ਜਾਓ, ਬੈਠੋ ਤੁਸੀਂ, ਕੋਈ ਇਹਨਾਂ ਦੀ ਗੱਲ ਨਹੀਂ, ਤੁਸੀਂ ਬੈਠੋ। ਸਾਰੇ ਮੈਂਬਰ ਸਾਹਿਬਾਨ ਨੂੰ ਮੈਂ ਬੇਨਤੀ ਕਰਦਾ ਬੈਠਣ। ਸਾਰਿਆਂ ਨੂੰ ਪਤਾ ਹੈ ਮੰਤਰੀ ਜੀ ਜਵਾਬ ਦੇਣਾ ਚਾਹੁੰਦੇ ਆ। ਭੁੱਲਰ ਸਾਹਿਬ ਮਾਨਯੋਗ ਸਪੀਕਰ ਸਾਹਿਬ, ਮੈਂ ਬੇਨਤੀ ਕਰੂੰਗਾ ਕਿ ਤੁਸੀਂ ਬੈਠੋ। ਕੋਹਲੀ ਸਾਹਿਬ ਬੈਠੋ, ਬੀਬੀ ਇੰਦਰਜੀਤ ਕੌਰ ਜੀ ਬੈਠੋ, ਮੰਤਰੀ ਜੀ ਖੜੇ ਆ, ਮੁੰਡਿਆ ਜੀ ਬੈਠੋ, ਬੀਬੀ ਜੀ ਬੈਠੋ, ਮੰਤਰੀ ਜੀ ਖੜੇ ਆ। ਬੋਲੋ ਮੰਤਰੀ ਜੀ, ਬੈਠੋ। ਮਾਨ ਸਾਹਿਬ ਬੈਠੋ। ਹਾਂਜੀ ਜੀ, ਚੇਤਨ ਬੈਠੋ ਜੀ। ਮਾਨਯੋਗ ਸਪੀਕਰ ਸਾਹਿਬ, ਮੈਂ ਸਾਰੇ ਹੀ ਮੈਂਬਰ ਸਾਹਿਬਾਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਆਪਾਂ ਨੂੰ ਪੂਰਾ ਪੰਜਾਬ ਨਹੀਂ ਪੂਰਾ ਵਿਸ਼ਵ ਵੇਖ ਰਿਹਾ ਤੇ ਇਹ ਕੱਲਾ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ। ਆ ਖਹਿਰਾ ਸਾਹਿਬ ਜਿਹੜੇ ਆਪਣੀ ਜ਼ਬਾਨ ਨੂੰ ਲਗਾਮ ਦੇਣ, ਇਹ ਪਹਿਲਾਂ ਵੀ ਇਹ ਥੁੱਕ ਦਾ ਲਫ਼ਜ਼ ਬੋਲੇ ਫਿਰ ਤੜਫਦੇ ਨਾ। ਮਰਿਆਦਾ ਗਲਤ ਬੋਲਦੇ ਆ। ਮਰਿਆਦਾ ਬਣਾ ਕੇ ਰੱਖੋ, ਲਗਾਮ ਦੇ ਲਫ਼ਜ਼ਾਂ ਨੂੰ ਮਰਿਆਦਾ ਬਣਾ ਕੇ ਰੱਖੋ, ਲਫ਼ਜ਼ ਵਾਪਸ ਲੈਣ, ਮਰਿਆਦਾ ਬਣਾ ਕੇ ਰੱਖੋ। ਮੰਤਰੀ ਜੀ ਵਾਪਸ ਲੈਣ ਆਪਦੇ ਲਫ਼ਜ਼, ਮਰਿਆਦਾ ਬਣਾ ਕੇ ਰੱਖੋ। ਬੈਠੋ ਜੀ, ਬੈਠੋ। ਰੰਧਾਵਾ ਸਾਹਿਬ, ਆਪਾਂ ਕੁਐਸਚਨ ਆਵਰ ਚਲਾਉਣਾ ਕਿ ਤਮਾਸ਼ਾ ਬਣਾਉਣਾ? ਤੁਸੀਂ ਬੈਠੋ, ਫਿਰ ਤੁਸੀਂ ਬੈਠੋ। ਮੈਂ ਐਕਸਪੰਜ ਕਰਾ ਰਿਹਾ, ਬੈਠੋ। ਅਮਨ ਜੀ ਬੈਠੋ, ਪਲੀਜ਼ ਬੈਠੋ। ਇਹ ਸਪੀਕਰ ਤੁਹਾਨੂੰ ਬੈਠਣ ਲਈ ਕਹਿ ਰਿਹਾ। ਅਮਨ ਜੀ, ਸਪੀਕਰ ਤੁਹਾਨੂੰ ਬੈਠਣ ਲਈ ਕਹਿ ਰਿਹਾ। ਬੈਠੋ। ਕੋਈ ਵੀ ਨੇਮ ਹੋ ਸਕਦਾ, ਬਿਲਕੁਲ ਨੇਮ ਹੋ ਸਕਦਾ। ਆਪਾਂ ਇਹ ਸਦਨ ਦੀ ਕਾਰਵਾਈ ਪੰਜਾਬ ਦੇ ਲੋਕਾਂ ਦੇ ਹੱਕ ਦੇ ਲਈ ਚਲਾਉਣੀ ਹੈ। ਜਿੰਪਾ ਜੀ ਤੁਸੀਂ ਜਵਾਬ ਦਿਓ। ਸਰ ਤੁਸੀਂ ਬੈਠੋਗੇ। ਸਵਾਲ ਅਗਲਾ ਆ ਗਿਆ, ਮੈਂ ਇਹ ਨੈਕਸਟ ਸਵਾਲ ਹੈ। ਯੈਸ, ਇੱਕ ਮਿੰਟ ਐਲਓਪੀ ਸਾਹਿਬ, ਚਲੋ ਜਿੰਪਾ ਜੀ ਬੋਲੋ। ਐਲਓਪੀ ਸਾਹਿਬ, ਮੈਂ ਬਾਜਵਾ ਸਾਹਿਬ ਨੂੰ ਰਿਕੁਐਸਟ ਕਰਦਾ, ਮੈਂ ਬਾਜਵਾ ਸਾਹਿਬ ਨੂੰ ਰਿਕੁਐਸਟ ਜ਼ਬਾਨ ਨੂੰ ਲਗਾ। ਇੱਕ ਮਿੰਟ ਜਿੰਪਾ ਜੀ, ਜ਼ਬਾਨ ਨੂੰ ਲਗਾਮ ਵਾਲੇ ਸ਼ਬਦ
ਐਕਸਪੰਜ ਕੀਤੇ ਜਾਂਦੇ ਹਨ। ਜੀ ਜਿੰਪਾ ਜੀ। ਦੇਖੋ ਇਹਨਾਂ ਨਾਲ ਹੈ ਕਿ ਜਿਹੜਾ ਮੈਂਬਰ ਇੱਥੇ ਮੌਜੂਦ ਇਹਨਾਂ ਕੋਲ ਨਾਂ ਲਿਆ। ਮੰਤਰੀ ਜੀ ਬੈਠੋ ਤੁਸੀਂ। ਮੈਂ ਐਲਓਪੀ ਸਾਹਿਬ ਨੂੰ ਤੇ ਖਹਿਰਾ ਸਾਹਿਬ ਨੂੰ ਅਰਜ਼ ਕਰਦਾ ਵੀ ਉਹਨਾਂ ਨੇ ਇਹਨਾਂ ਦੀ ਜਿਹੜੀ ਖਹਿਰਾ ਸਾਹਿਬ ਨੇ ਉਸ ਦਿਨ ਗੱਲ ਕਹੀ ਸੀਗੀ ਉਹਦੇ ਉੱਤੇ ਗੱਲ ਕੀਤੀ। ਨੰਬਰ 1 ਇੱਥੇ ਬੱਸਾਂ ਦੀ ਗੱਲ ਚੱਲ ਰਹੀ ਹੈ। ਮੰਤਰੀ ਜੀ ਮੰਤਰੀ ਜੀ ਇੱਕ ਮਿੰਟ ਮੰਤਰੀ ਜੀ ਕਿਰਪਾ ਕਰਕੇ ਜਿੰਪਾ ਜੀ ਮਾਨਯੋਗ ਮੰਤਰੀ ਜੀ ਜਿੰਪਾ ਜੀ ਤੁਸੀਂ ਸਵਾਲ ਦਾ ਜਵਾਬ ਦਿਓਗੇ। ਤੁਸੀਂ ਚੇਅਰ ਨੂੰ ਐਡਰੈਸ ਹੋ ਕੇ ਸਵਾਲ ਦਾ ਜਵਾਬ ਦਿਓਗੇ। ਜੀ ਗੁਰਲਾਲ ਸਿੰਘ 110 ਗੁਰਲਾਲ ਸਿੰਘ ਭਲਵਾਨ 310 ਜੀ 310 ਠੀਕ ਹੈ ਜੀ।